स्वागत है ਤੁਹਾਡਾ ਪੀਟੀਵੀ ਇੰਡੀਆ ਚ। मैं हाँ मदनदीप और मेरे नाल ने उगे अर्थशास्त्री डॉक्टर RS घुमन साहब। स्वागत है जी ਤੁਹਾਡਾ। थैंक यू मदनदीप जी। सर ਤੁਸੀਂ ਇਕੱਲੇ ਇਹੀ ਨਹੀਂ ਕਿ ਅਰਥਚਾਰੇ ਬਾਰੇ ਹੀ ਜਾਣਦੇ ਹੋ, ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਹੋ। ਅਸੀਂ ਥੋੜੀਆਂ ਜੀਆਂ ਜਿਹੜੇ ਸਿਆਸੀ ਸਮੀਕਰਨ ਨੇ ਮੌਜੂਦਾ ਪੰਜਾਬ ਦੇ ਅੰਦਰ ਉਹਦੇ ਤੇ ਵੀ ਗੱਲ ਕਰਨੀ ਹੈ, ਔਰ ਖਾਸ ਕਰਕੇ ਕਿਉਂਕਿ ਅੱਜ ਬਜਟ ਦੇ ਉੱਪਰ ਬਹਿਸ ਸੀ ਔਰ ਬਹਿਸ ਦੌਰਾਨ ਇੱਕ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ, ਹਰਜੋਤ ਸਿੰਘ ਬੈਂਸ ਜਿਹੜੇ ਕਿ ਜੇਲ੍ਹ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਇੱਕ ਕਾਗਜ਼ ਵਿਧਾਨ ਸਭਾ ਦੇ ਵਿੱਚ ਲਹਿਰਾਇਆ ਔਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ 5 ਸਾਲਾ ਸਰਕਾਰ ਦੌਰਾਨ, ਯਾਨੀ ਇਕੱਲੇ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ, ਕਾਂਗਰਸ ਦੀ ਜਿਹੜੀ 5 ਸਾਲਾ ਸਰਕਾਰ ਸੀ ਪਿਛਲੀ, ਉਹਦੇ ਦੌਰਾਨ 7,000 ਕਰੋੜ ਰੁਪਏ ਦਾ ਜਿਹੜਾ ਹੈ ਉਹ ਕਰਪਸ਼ਨ ਹੋਈ ਹੈ, ਉਹ ਘਪਲਾ ਹੋਇਆ ਹੈ। ਪਰ ਸਾਡੀ ਪਿੱਛੇ ਗੱਲ ਹੋਈ ਜਦ ਵੀ ਤੁਸੀਂ ਦਾਅਵਾ ਕਰ ਰਹੇ ਸੀ ਕਿ 28,000 ਕਰੋੜ ਰੁਪਈਆ ਜਿਹੜਾ ਹੈ ਹਰ ਸਾਲ ਦੌਰਾਨ ਘਪਲਾ ਕਰ ਲਿਆ ਜਾਂਦਾ ਹੈ, 28,000 ਕਰੋੜ ਰੁਪਏ ਤੋਂ ਵੱਧ ਰਕਮ ਦਾ। ਔਰ ਕੀ ਇਹ ਆંકੜੇ ਛੁਪਾਏ ਜਾ ਰਹੇ ਆ ਮੌਜੂਦਾ ਸਰਕਾਰ ਵੱਲੋਂ? ਇਹਦੇ ਤੇ ਗੱਲ ਕਰਾਂਗੇ ਕਿ ਜਿਹੜਾ ਮੌਜੂਦਾ ਬਜਟ ਜਿਹਦੇ ਤੇ ਅੱਜ ਬਹਿਸ ਹੋ ਰਹੀ ਹੈ, ਇਸ ਬਜਟ ਦੇ ਕੀ ਅਰਥ ਨੇ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਔਰ ਹੁਣ ਤੁਸੀਂ ਉਸ ਬਜਟ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਪੜ੍ਹ ਲਿਆ ਹੋਣਾ ਹੈ। ਇਹਦਾ ਆਉਣ ਵਾਲੇ ਸਮੇਂ ਦੇ ਵਿੱਚ, ਯਾਨੀ ਕਿ ਜਿਹੜਾ 22 ਔਰ 23 ਦਾ ਸਾਲ ਜਿਹੜਾ ਹੈ, ਇਸ ਸਾਲ ਦੇ ਵਿੱਚ ਇਸ ਬਜਟ ਦਾ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੋਏਗਾ, ਪੰਜਾਬ ਨੂੰ ਇਹਦਾ ਕੀ ਲਾਭ ਹੋਏਗਾ, ਇਹਦੀ ਤੇ ਗੱਲ ਕਰਾਂਗੇ। ਲੇਕਿਨ ਸਭ ਤੋਂ ਪਹਿਲੇ ਡਾਕਟਰ ਸਾਹਿਬ ਮੈਂ ਇਹ ਗੱਲ ਜਾਣਨੀ ਚਾਹੁੰਦਾ, ਜਿਵੇਂ ਕਿ ਤੁਹਾਡਾ ਅਨੁਮਾਨ ਹੈ, ਤੁਸੀਂ ਕਈ ਵਾਰ ਸਰਕਾਰਾਂ ਨੂੰ ਅਗਾਹ ਵੀ ਕੀਤਾ ਹੈ, ਕਈ ਵਾਰ ਤੁਸੀਂ ਸਮਾਜ ਨੂੰ ਅਗਾਹ ਵੀ ਕੀਤਾ ਹੈ ਕਿ ਪੰਜਾਬ 'ਚ ਹਰੇਕ ਸਾਲ 28,000 ਕਰੋੜ ਤੋਂ ਵੱਧ ਦਾ ਘਪਲਾ ਹੁੰਦਾ ਹੈ। ਲੇਕਿਨ ਇਹ ਸਰਕਾਰ ਕਹਿ ਰਹੀ ਹੈ, ਮੌਜੂਦਾ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਕਹਿ ਰਹੇ ਨੇ, ਜੇਲ੍ਹ ਮੰਤਰੀ ਕਹਿ ਰਹੇ ਨੇ, ਵਿਧਾਨ ਸਭਾ ਦੇ ਅੰਦਰ ਕਹਿ ਰਹੇ ਨੇ ਕਿ ਪਿਛਲੀ ਸਰਕਾਰ ਦੇ ਦੌਰਾਨ 7,000 ਕਰੋੜ ਰੁਪਏ ਦਾ ਘਪਲਾ ਹੋਇਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਮਦਨਦੀਪ ਜੀ, ਇੱਕ ਤਾਂ ਗੱਲ ਹੈ ਕਿ ਸਕੈਮਸ ਦੀ ਜਾਂ ਘਪਲਿਆਂ ਦੀ ਗੱਲ, ਇੱਕ ਬਜਟ ਦੀ ਗੱਲ ਕਰਨੀ ਆਪਾਂ ਨੇ, ਹੈ ਨਾ ਜੀ? ਬਿਲਕੁਲ ਜੀ। ਜਿਹੜਾ ਤੁਸੀਂ 28,000, ਇਸ ਤੋਂ ਇਲਾਵਾ ਥੋੜੇ ਜਿਹਾ ਮੈਂ ਸਿਆਸੀ ਸਮੀਕਰਨਾਂ ਦੀ ਵੀ ਗੱਲ ਕਰਾਂਗਾ। ਪਹਿਲਾਂ ਸਭ ਤੋਂ ਪਹਿਲਾਂ ਇਹ ਗੱਲ, ਹਾਂ ਕੋਈ ਨਹੀਂ, ਉਹ ਵੀ ਕਰ ਲਵਾਂਗੇ ਜੀ। ਜਿਹੜਾ ਇਹ ਕਹਿ ਰਹੇ ਨੇ ਕਿ ਅੱਜ ਵਿਧਾਨ ਸਭਾ ਦਾ ਵੀ ਰੈਫਰੈਂਸ ਤੁਸੀਂ ਦੇ ਰਹੇ ਹੋ, ਮੈਂ ਤਾਂ ਨਹੀਂ ਦੇਖਿਆ ਹੈਗਾ ਜੀ, ਮੈਂ ਕਾਰਵਾਈ ਸਾਰੀ ਦੇਖੀ ਹੈ ਜੀ। ਹਾਂਜੀ, ਤੇ ਤੁਸੀਂ ਤਾਂ ਦੇਖਿਆ ਹੋਊਗਾ, ਤੇ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ, ਕੋਈ ਗਲਤ ਨਹੀਂ ਹੈ ਕਿ ਘਪਲੇ ਤਾਂ ਹੋਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਤੁਸੀਂ ਜਿਹੜਾ ਕਿਹਾ ਮੇਰੇ ਰੈਫਰੈਂਸ ਨਾਲ ਕਿ 28,500 ਕਰੋੜ ਦਾ ਘਪਲਾ ਹਰ ਸਾਲ ਹੁੰਦਾ ਹੈ, ਮੈਂ ਉਹਨੂੰ ਵਰਡ ਘਪਲਾ ਨਹੀਂ ਯੂਜ਼ ਕੀਤਾ। ਮੈਂ ਉਹਨੂੰ ਇਹ ਕਿਹਾ ਕਿ ਪੰਜਾਬ ਸਰਕਾਰ ਜੇ ਚਾਹੇ ਤਾਂ 28,500 ਕਰੋੜ ਰੁਪਈਆ ਸਰਕਾਰੀ ਖਜ਼ਾਨੇ 'ਚ ਹੋਰ ਲਿਆ ਸਕਦੀ ਹੈ ਬਿਨਾਂ ਟੈਕਸ ਲਾਉਣ ਤੋਂ। ਮੌਜੂਦਾ ਟੈਕਸ ਦਰਾਂ ਤੇ ਕਰਪਸ਼ਨ ਨੂੰ ਰੋਕ ਕੇ ਤੁਸੀਂ ਕਿਹਾ ਸੀ। ਹਾਂਜੀ, ਕਰਪਸ਼ਨ ਨੂੰ ਰੋਕ ਕੇ ਜੋ ਵੀ ਜਿੱਥੇ ਕਿਤੇ ਵੀ ਵਹੀ ਟੈਕਸ ਵਹੀਨ ਅਸੀਂ ਉਹਨੂੰ ਕਹਿੰਦੇ ਆ ਕਿ ਉਹ ਟੈਕਸ ਵਹੀਨ ਜਿਹੜਾ ਹੈ ਉਹ ਕਰਪਸ਼ਨ ਤੋਂ ਬਿਨਾਂ ਨਹੀਂ ਹੁੰਦਾ। ਮੈਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕੀਤੀ ਹੈ ਤੇ ਅੱਜ ਤੁਹਾਡੇ ਮਾਧਿਅਮ ਰਾਹੀਂ ਵੀ ਕਰਾਂਗਾ ਕਿ ਜਿਹੜੀ ਟੈਕਸਾਂ ਦੀ ਚੋਰੀ ਹੈ ਛੋਟੀ ਮੋਟੀ, ਉਹ ਤਾਂ ਚਲੋ ਹੋ ਸਕਦੀ ਹੈ ਬਿਨਾਂ ਨੌਲੇਜ ਤੋਂ ਵੀ, ਪਰ ਜਿਹੜੀਆਂ ਵੱਡੀਆਂ ਚੋਰੀਆਂ ਨੇ, ਜੇ ਮੇਰੇ ਮੁਤਾਬਕ 28,500 ਕਰੋੜ ਰੁਪਇਆ ਸਰਕਾਰੀ ਖਜ਼ਾਨੇ 'ਚ ਹੋਰ ਆ ਸਕਦਾ ਹੈ ਬਿਨਾਂ ਟੈਕਸ ਲਾਏ ਤੋਂ, ਤਾਂ ਉਹਦੇ ਵਿੱਚ ਟੈਕਸ ਵੀ ਆ, ਨੌਨ ਟੈਕਸ ਰੈਵਨਿਊ ਵੀ ਆ, ਜਿਹੜਾ ਕਿ ਆਉਣਾ ਚਾਹੀਦਾ ਸੀ, ਨਹੀਂ ਆਇਆ। ਤੇ ਜੇ ਐਡਾ ਵੱਡਾ ਗੈਪ ਹੈ ਤਾਂ ਇਹਦਾ ਮਤਲਬ ਹੈ ਕਿ ਉਹਦੇ 'ਚ ਟੈਕਸ ਕਲੈਕਸ਼ਨ ਮਸ਼ੀਨਰੀ ਤੇ ਉਹਦੇ 'ਚ ਸਾਡੀ ਨੌਨ ਟੈਕਸ ਕਲੈਕਟਿੰਗ ਐਡਮਿਨਿਸਟ੍ਰੇਸ਼ਨ ਜਿਹੜੀ ਆ, ਟੈਕਸਾਂ ਤੋਂ ਬਿਨਾਂ ਵੀ ਜਿੱਥੋਂ ਰੈਵਨਿਊ ਆਉਣਾ ਹੈਗਾ, ਉਹ ਇਨਵੋਲਵਡ ਹੈ। ਇੱਕ ਸੰਕੇਤ ਉਹਨਾਂ ਵੱਲ ਇਹਦੇ ਵਿੱਚ ਡਾਇਰੈਕਟ ਕਰਪਸ਼ਨ ਜਿਹੜੀ ਹੈ ਉਹ ਕਿੰਨੀ ਕੁ ਅਨੁਮਾਨ ਲਾਇਆ ਜਾ ਸਕਦਾ, ਕਿੰਨੀ ਕੁ ਇਨਵੋਲਵ ਹੈ ਇਹਦੇ ਵਿੱਚ? ਦੇਖੋ ਏਦਾਂ ਹੈ ਕਿ
ਮੇਰੀ ਗੱਲ ਉਹ ਮੈਂ ਉਹੀ ਉਸੇ ਵੱਲ ਜਾ ਰਿਹਾ ਸੀਗਾ ਜੀ ਕਿ ਜਿਹੜਾ ਇਹ ਟੈਕਸ ਕਲੈਕਟਿੰਗ ਮਸ਼ੀਨਰੀ ਹੈ ਤੇ ਐਡਮਿਨਿਸਟ੍ਰੇਟਿਵ ਮਸ਼ੀਨਰੀ ਹੈ ਸਾਡੀ, ਤੇ ਜਿਹੜਾ ਟੈਕਸ ਦੇਣ ਵਾਲਾ ਤੇ ਨਾਨ ਟੈਕਸ ਰੈਵਨਿਊ ਦੇਣ ਵਾਲੇ ਵਿਅਕਤੀ ਨੇ ਜਾਂ ਸੈਕਸ਼ਨਸ ਨੇ, ਜਿਹੜੇ ਜਾਂ ਸੈਕਟਰਸ ਨੇ, ਉਹ ਤੇ ਪੋਲੀਟੀਕਲ ਪੈਟਰੋਨੇਜ, ਇਹ ਤਿੰਨ ਚੀਜ਼ਾਂ ਮਿਲ ਕੇ ਇੰਨਾ ਵੱਡਾ ਗੈਪ ਜਿਹੜਾ ਰਹਿ ਸਕਦਾ। ਚਲੋ ਮੇਰੇ ਅੰਕੜੇ ਥੋੜੇ ਬਹੁਤੇ 5% 10% ਤੁਸੀਂ ਰੇਟਾ ਵੀ ਲਾ ਲਓ, ਤਾਂ ਵੀ 25,000 ਕਰੋੜ ਰੁਪਇਆ ਤਾਂ ਹੋਰ ਸਰਕਾਰੀ ਖਜ਼ਾਨੇ 'ਚ ਆਉਣਾ ਹੀ ਚਾਹੀਦਾ ਸੀ। ਕੀ ਤੁਸੀਂ ਇਹਨੂੰ ਸਾਰੇ ਮਾਮਲੇ ਨੂੰ ਕਿਸੇ ਵੀ ਤਰੀਕੇ ਨਾਲ ਕਰਪਸ਼ਨ ਨਾਲ ਜੋੜਦੇ ਹੋ ਕਿ ਨਹੀਂ, ਘਪਲੇ ਨਾਲ ਜੋੜਦੇ ਹੋ ਕਿ ਨਹੀਂ, ਜਿਹੜਾ ਇੰਨਾ ਜਿਹੜਾ ਲਾਸ ਹੋ ਰਿਹਾ ਖਜ਼ਾਨੇ ਨੂੰ? ਇਹਨੂੰ ਐਕਚੁਅਲੀ ਇਹ ਬਲੈਕ ਇਕਨੋਮੀ ਹੈ। ਕਰਪਸ਼ਨ ਤਾਂ ਉਹ ਹੈ ਜਿਹੜਾ ਟੈਕਸ ਨਹੀਂ ਦਿੰਦਾ ਤੇ ਟੈਕਸ ਉਹਦੇ ਵੱਲ ਬਣਦਾ ਹੈ, ਜਾਂ ਜਿਹੜੀਆਂ ਜਿਵੇਂ ਸਟੈਂਪ ਹੈ, ਰਜਿਸਟ੍ਰੇਸ਼ਨ, ਸੈਂਡ ਹੈ, ਮਾਈਨਿੰਗ ਹੈ, ਕੇਬਲ ਹੈ, ਆਪਰੇਸ਼ਨ ਟਰਾਂਸਪੋਰਟ ਹੈ, ਪ੍ਰਾਪਰਟੀ ਟੈਕਸ ਹੈ, ਪ੍ਰੋਫੈਸ਼ਨਲ ਟੈਕਸ ਹੈ, ਜਾਂ ਸੋਸ਼ਲ ਸਕੀਮਾਂ 'ਚ ਚੋਰ ਮੁਰੀਆਂ ਨੇ, ਉਹ ਜਿੱਥੇ ਤੱਕ ਤੇ ਦੇਣ ਵਾਲੇ ਵੱਲੋਂ ਨਹੀਂ ਆ ਰਹੀਆਂ ਉਹਨੂੰ ਮੈਂ ਕਰਪਸ਼ਨ ਨਹੀਂ ਕਹਿੰਦਾ। ਹੇਰਾ ਫੇਰੀ ਕਹਿ ਲਓਗੇ, ਹੇਰਾ ਫੇਰੀ, ਉਹ ਹੇਰਾ ਫੇਰੀ ਹੈ, ਅਵਈਜਨ ਹੈ। ਯੈਸ। ਦੂਸਰੇ ਪਾਸੇ ਉਹ ਹੇਰਾ ਫੇਰੀ ਕਰਪਸ਼ਨ ਤੋਂ ਬਿਨਾਂ ਨਹੀਂ ਹੁੰਦੀ। ਕਿਉਂਕਿ ਫਰਜ਼ ਕਰੋ ਤੁਸੀਂ ਹੋਵੋ ਟੈਕਸ ਕਲੈਕਟਿੰਗ ਅਫਸਰ ਜਾਂ ਉਹ ਮਸ਼ੀਨਰੀ, ਤਾਂ ਤੁਸੀਂ ਆਪਣੀ ਜੇ ਤੁਹਾਨੂੰ ਕੋਈ ਉਹਦੇ ਵਿੱਚ ਹਿੱਸਾ ਨਹੀਂ ਆਉਂਦਾ ਤੇ ਤੁਸੀਂ ਲੱਗਦੀ ਬਈ ਕਿਉਂ ਕਰਨ ਦਿਓਗੇ। ਇਸੇ ਤਰ੍ਹਾਂ ਕੋਈ ਪੋਲੀਟੀਕਲ ਲੀਡਰ ਜਿਹੜਾ ਹੈ, ਉਹ ਜੇ ਉਹਦਾ ਕੋਈ ਇੰਟਰਸਟ ਨਹੀਂ ਤਾਂ ਉਹ ਮਸ਼ੀਨਰੀ ਨੂੰ ਕਹੇਗਾ ਭਾਈ ਸਰਕਾਰੀ ਖਜ਼ਾਨੇ 'ਚ ਪੂਰਾ ਪੈਸਾ ਲਿਆਓ। ਤਾਂ ਇਹ ਆਪਣੇ ਆਪ 'ਚ ਇੰਡੀਕੇਟਰਸ ਨੇ। ਦੂਸਰਾ, ਮੈਂ ਇੱਕ ਇਕਨੋਮਿਸਟ ਹੋਣ ਦੇ ਨਾਤੇ ਇਹ ਗੱਲ ਵੀ ਕਹਿਣੀ ਚਾਹਾਂਗਾ ਕਿ ਸਰਕਾਰ ਦੇ ਆਪਣੇ ਅੰਕੜੇ, ਵਿੱਤ ਮੰਤਰੀ ਨੇ ਵੀ ਕਿਹਾ ਬਜਟ ਸਪੀਚ ਕਿ ਸਾਡੇ ਕੋਲ ਨਾਨ ਟੈਕਸ ਰੈਵਨਿਊ ਵਧਾਉਣ ਦੇ ਘਟ ਰਿਹਾ ਚਾਂਸਸ ਹੈਗੇ ਨੇ, ਸਾਡੇ ਕੋਲ ਟੈਕਸ ਰੈਵਨਿਊ ਵਧਾਉਣ ਦੇ ਚਾਂਸਸ ਵੀ ਹੈਗੇ ਨੇ। ਐਕਸਾਈਜ਼ ਪਾਲਿਸੀ 'ਚ ਉਹਨਾਂ ਨੇ ਕਿਹਾ ਕਿ ਅਸੀਂ 4300 ਕਰੋੜ ਰੁਪਇਆ ਹੋਰ ਲਿਆ ਸਕਦੇ, ਮੈਂ 5000 ਕਰੋੜ ਕਿਹਾ ਸੀ। ਸੋ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਸਕੋਪ ਹੈਗਾ। ਜੇ ਇਹ ਨਹੀਂ ਆ ਰਿਹਾ ਤਾਂ ਉਹ ਕਿਹੜੇ ਫੈਕਟਰ ਨੇ, ਕਿਹੜੇ ਰੀਜ਼ਨ ਨੇ ਜਿਸ ਕਰਕੇ ਇਹ ਇੰਨਾ ਵੱਡਾ ਅਮਾਉਂਟ ਸਰਕਾਰੀ ਖਜ਼ਾਨੇ 'ਚ ਨਹੀਂ ਆ ਰਿਹਾ। ਉਹ ਇੱਕ ਵੱਡੀ ਗੱਲ ਹੈ ਤੇ ਉਹੀ ਚੈਲੰਜ ਹੈ। ਤੇ ਜੇ ਉਹ ਚੈਲੰਜ ਹੱਲ ਹੋ ਜੇ ਤੇ ਤੁਹਾਡਾ ਜਿਹੜਾ ਰੈਵਨਿਊ ਇਕੱਠਾ ਹੋਣ ਦਾ ਚੈਲੰਜ ਹੈ ਉਹ ਹੱਲ ਹੋ ਜੇ, ਤੁਹਾਡਾ 2% ਜਿਹੜਾ ਰੈਵਨਿਊ ਡੈਫੀਸਿਟ ਹੈ ਇਸ ਬਜਟ ਵਿੱਚ ਵੀ ਦਿਖਾਇਆ ਗਿਆ, ਉਹ ਹੱਲ ਹੋ ਜੇ, ਤੁਹਾਡੇ ਕੋਲੇ ਰੋਡ ਮੈਪ ਇੱਕ ਤਿਆਰ ਹੋ ਸਕਦਾ ਕਰਜ਼ਾ ਘਟਾਉਣ ਦਾ। ਲੱਥਣਾ ਦਾ ਸਾਰਾ ਕਰਜ਼ਾ ਨਾ ਕਦੀ ਲੱਥਣਾ ਨਾ ਲੱਥੇਗਾ, ਨਾ ਹੀ ਜ਼ਰੂਰਤ ਹੁੰਦੀ ਹੈ, ਕਰਜ਼ਾ ਤਾਂ ਲੈਣਾ ਹੀ ਪੈਂਦਾ, ਪਰ ਇੱਕ ਬਹੁਤ ਵੱਡਾ ਰੋਡ ਮੈਪ ਤਿਆਰ ਹੋ ਸਕਦਾ ਜਿਹਦੇ ਨਾਲ ਤੁਸੀਂ ਹਰ ਸਾਲ ਕਰਜ਼ਾ ਘਟਾ ਕੇ ਕੋਈ ਈਵਨ 35% GSDP ਤੱਕ ਲੈ ਆਓ। ਹੁਣ ਤਾਂ 53% ਹੈ, ਇਸ ਬਜਟ ਚੋਂ 45% ਕਹਿੰਦੇ ਨੇ ਲਿਆਉਣਾ। ਸੋ ਅਜੇ ਵੀ ਸਾਡੇ ਸਿਰ ਕਰਜ਼ਾ ਜਿਹੜਾ ਉਹ ਬਹੁਤ ਵਧੀਆ। ਇਸ ਸਰਕਾਰ ਨੇ ਵੀ 8000 ਕਰੋੜ ਦਾ ਕਰਜ਼ਾ ਜਿਹੜੇ 2 ਮਹੀਨੇ ਚ ਲੈ ਲਿਆ, ਔਰ ਬਜਟ ਦੇ ਵਿੱਚ 35000 ਕਰੋੜ ਰੁਪਈਆ ਹੋਰ ਲੈਣ ਦੀ ਵੀ ਤਜਵੀਜ਼ ਹੈ। ਮੈਨੂੰ ਇਹ ਵੀ ਅਜੇ ਮੈਂ ਪੂਰਾ ਦੇਖਿਆ ਨਹੀਂ ਹੈ ਉਹ ਕਿ 20000 ਵੇਜ਼ ਐਂਡ ਮੀਨਸ ਹੁੰਦਾ ਕਿ ਓਵਰਡਰਾਫਟ ਤੋਂ ਵੀ ਬਾਅਦ ਵਾਲੀ ਗੱਲ। ਸੋ ਜੇ ਤੁਸੀਂ ਕਰਜ਼ਾ ਲੈ ਕੇ ਸਰਕਾਰਾਂ ਚੱਲਣੀਆਂ ਨੇ ਤੇ ਮਾੜੀ ਗੱਲ ਇਸ ਸਰਕਾਰ ਲਈ ਮਾੜੀ ਜਿਹੜੀ ਸਥਿਤੀ ਹੈ ਉਹ ਇਹ ਕਹਿਣਾ ਕਿ ਖਜ਼ਾਨਾ ਖਾਲੀ, ਖਜ਼ਾਨਾ ਨਾ ਕਦੇ ਭਰਿਆ ਹੁੰਦਾ ਨਾ ਕਦੇ ਖਾਲੀ ਹੁੰਦਾ। ਖਜ਼ਾਨੇ ਤਾਂ ਆਈ ਚਲਾਈ ਹੁੰਦੀ ਹੈ, ਇੱਕ ਫਲੋ ਹੁੰਦਾ, ਇੱਕ ਆਊਟਗੋ ਹੁੰਦਾ। ਸੋ ਇੱਕ ਰੈਵਨਿਊ ਆਉਣਾ ਹੁੰਦਾ ਤੇ ਤੁਸੀਂ ਰੈਵਨਿਊ ਐਕਸਪੈਂਡੀਚਰ ਕਰਨਾ ਹੁੰਦਾ। ਜੇ ਉਹ ਠੀਕ ਕਰ ਲਿਆ ਜਾਵੇ ਤਾਂ ਠੀਕ ਹੈ, ਪਰ ਇਸ ਸਰਕਾਰ ਲਈ ਜਿਹੜੀ ਬਹੁਤ ਵੱਡੀ ਚੁਣੌਤੀ ਤੇ ਲਿਮਿਟੇਸ਼ਨ ਹੈ ਉਹ ਹੈ ਕਿ ਪਹਿਲੀਆਂ ਸਰਕਾਰਾਂ ਨੇ ਬਿਨਾਂ ਸੋਚੇ ਸਮਝੇ ਕੰਪੀਟੀਟਿਵ ਪੋਲੀਟੀਕਲ ਪੋਪੂਲਿਜ਼ਮ ਕਰਕੇ ਜਾਂ ਸਰਕਾਰੀ ਖਜ਼ਾਨੇ ਜਿਹੜਾ ਪੈਸਾ ਆਉਣਾ ਸੀ ਉਹ ਨਾ ਲਿਆ ਕੇ ਕਰਜ਼ੇ ਤੇ ਜ਼ਿਆਦਾ ਜ਼ੋਰ ਰੱਖਿਆ ਤੇ ਕਰਜ਼ਾ ਲੈ ਕੇ ਰਿਆਇਤਾਂ ਵੀ ਦਿੱਤੀਆਂ, ਕਰਜ਼ਾ ਲੈ ਕੇ ਫਜ਼ੂਲ ਖਰਚੀਆਂ ਵੀ ਕੀਤੀਆਂ। ਸੋ ਉਸ ਕਰਕੇ ਜਿਹੜਾ ਉਹ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਇਸ ਵੇਲੇ ਕਾਰਪੋਰੇਸ਼ਨਾਂ ਤੇ ਬੋਰਡਾਂ ਦਾ 55000 ਕਰੋੜ ਤੋਂ ਬਿਨਾਂ, ਉਹ ਜਿਹੜਾ ਵੱਡੀ ਮੁਸੀਬਤ ਹੈ ਜਿਹੜੀ ਕਿ ਪਿਛਲੀਆਂ ਸਰਕਾਰਾਂ ਨੇ ਪਿਛਲੇ 20 ਸਾਲਾਂ 'ਚ ਇਹਨਾਂ ਨੂੰ ਦਾਜ ਵਿੱਚ ਦਿੱਤੀ ਆ। ਸੋ ਇਸ ਸਰਕਾਰ ਨੇ ਵੀ ਜਿਹੜਾ, ਕਿਉਂਕਿ ਇਲੈਕਸ਼ਨਾਂ ਜਿੱਤਣ ਲਈ ਕਈ ਤਰ੍ਹਾਂ ਦੇ ਸਬਜ਼ ਬਾਗ ਵਿਖਾਏ
ਜਿਹਦੇ ਵਿੱਚ 300 ਯੂਨਿਟ ਤਾਂ 1 ਤਰੀਕ ਨੂੰ ਇਹਨਾਂ ਨੇ ਫ੍ਰੀ ਸ਼ੁਰੂ ਕਰ ਹੀ ਦੇਣਾ ਹੈ। ਇਹ ਸਰਕਾਰ ਨੇ ਵੀ ਉਹ ਆਪਣੀ ਜ਼ਿੰਮੇਵਾਰੀ ਸੇੜ ਲਈ। ਤੇ ਕੋਈ ਵੀ ਇੱਕ ਵਾਰੀ ਸਹੂਲਤ ਕਿਸੇ ਵੀ ਸੈਕਸ਼ਨ ਜੇ ਤੁਸੀਂ ਦੇ ਦਿਓ ਫ੍ਰੀ ਤਾਂ ਉਹ ਛੁੱਟਦੀ ਨਹੀਂ, ਉਹ ਛੱਡਣਾ ਹੀ ਇਹ ਨਸ਼ਾ ਹੀ ਹੈ, ਇਹ ਇੱਕ ਐਡਿਕਸ਼ਨ ਹੈ। ਸੋ ਮੈਨੂੰ ਲੱਗਦਾ ਕਿ ਇਹ ਸਾਰੇ ਪ੍ਰੋਸੈਸ ਤੋਂ ਜਿਹੜੇ ਪਿਛਲੇ 25 30 20 ਸਾਲਾਂ ਦੀ ਖਾਸ ਕਰਕੇ ਇਸ ਸਦੀ ਦੇ ਉਹਦੇ ਵਿੱਚ ਜੋ ਕੁਝ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਹੋਈ ਹੈ, ਜੋ ਟੈਕਸ ਐਵੇਜ਼ਨ ਹੋਇਆ, ਜੋ ਹੋਰ ਥਾਵਾਂ ਤੋਂ ਜਿਹੜਾ ਨਾਨ ਟੈਕਸ ਰੈਵਨਿਊ ਆਉਣਾ ਸੀ ਨਹੀਂ ਆਇਆ, ਉਹ ਇਸ ਦੀ ਵੱਡੀ ਜ਼ਿੰਮੇਵਾਰ ਹੈ। ਔਰ ਮੈਂ ਤੁਹਾਨੂੰ ਇੱਕ ਅਫੀਸ਼ੀਅਲ ਅੰਕੜਾ ਦੱਸਾਂਗਾ ਕਿ 2003-4 ਦੇ ਵਿੱਚ 11-12 ਦੇ ਵਿੱਚ 7% ਸਾਡਾ ਨਾਨ ਟੈਕਸ ਰੈਵਨਿਊ ਸੀ GST ਦਾ, ਹੁਣ 5% ਹੈ। ਉਹਦੇ ਨਾਲ ਹੀ 16,000 ਕਰੋੜ ਰੁਪਈਆ ਜਿਹੜਾ ਉਹ ਬਣ ਜਾਂਦਾ ਭਾਈ ਸਾਹਿਬ। 16 ਜੇ ਉਹ ਆਪਾਂ ਉਹਨਾਂ ਵੀ 11-12 ਵਾਲਾ ਵੀ ਕਰ ਲਈਏ ਤੇ 16,000 ਕਰੋੜ ਸਰਕਾਰੀ ਖਜ਼ਾਨੇ ਚ ਹੋ ਜਾਂਦਾ। GSTP ਨੇ 15,000 ਕਰੋੜ ਹੋਰ ਖਾ ਜਾਣਾ ਕਿਉਂਕਿ ਉਹ ਮੁਆਵਜ਼ਾ ਨਹੀਂ ਮਿਲਣਾ 1 ਜੁਲਾਈ ਨੂੰ। ਹੁਣ GST ਦੀ ਮੀਟਿੰਗਾਂ ਵੀ ਚੱਲ ਰਹੀਆਂ ਨੇ, ਪਤਾ ਨਹੀਂ ਅੱਜ ਵੀ ਹੈ ਕੱਲ ਵੀ ਸ਼ਾਇਦ ਚੱਲਣੀ ਹੈ। ਉਹਦੇ ਵਿੱਚ ਉਹ ਜੇ ਨਾ ਐਕਸਟੈਂਡ ਹੋਏ ਤਾਂ 15,000 ਕਰੋੜ ਦਾ ਹੋਰ ਘੱਟ ਪੈ ਜਾਣਾ। ਸੋ ਮੈਨੂੰ ਲੱਗਦਾ ਕਿ ਜਿਹੜੀ ਵੀ ਇਸ ਵੇਲੇ ਸਰਕਾਰ ਹੋਵੇ ਉਹਨੂੰ ਜਿਹੜੀਆਂ ਗੈਰ ਤਰਕ ਸੰਗਤ ਸਬਸਿਡੀਆਂ ਜਾਂ ਮੁਫਤਖੋਰੀਆਂ ਨਾਲੋਂ ਵਿਕਾਸ ਵੱਲ ਧਿਆਨ ਰੱਖਣਾ ਚਾਹੀਦਾ। ਅੱਜ ਹੀ ਮੈਂ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਜਿਹੜੇ ਨੇ ਉਹਨਾਂ ਦੀ ਸਟੇਟਮੈਂਟ ਪੜ੍ਹ ਰਿਹਾ ਸੀ, ਉੱਥੋਂ ਦੇ ਫਾਈਨਾਂਸ ਮਿਨਿਸਟਰ ਵੀ ਹੈ, ਉਹਨਾਂ ਨੇ ਬੜਾ ਕਮਾਲ ਦਾ ਲੌਜਿਕ ਇੱਕ ਦੇ ਰਹੇ ਨੇ, ਆਪਣੇ ਲੌਜਿਕ ਬਣਾ ਲਿਆ ਸਿਸੋਦੀਆ ਜੀ ਕਿ ਦੇਖੋ ਜੇ ਅਸੀਂ ਚੀਜ਼ਾਂ ਮੁਫਤ ਸਹੂਲਤਾਂ ਦੇਵਾਂਗੇ ਨਾ ਲੋਕਾਂ ਦੇ ਪੈਸੇ ਬਚਣਗੇ ਤੇ ਲੋਕ ਫਿਰ ਉਹ ਖਰਚਾ ਕਰਨਗੇ ਤੇ ਖਰਚੇ ਨਾਲ ਜੋ GST ਆਏਗੀ ਜਾਂ ਆਮਦਨ ਉਹ ਵਧੇਗੀ। ਇਹ ਕੀ ਤਰੀਕਾ ਹੈ ਕਿ ਤੁਸੀਂ ਮੁਫਤ ਸਹੂਲਤਾਂ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਨੂੰ ਦੇ ਹੀ ਕਿਉਂ ਰਹੇ? ਡਾਕਟਰ ਸਾਹਿਬ ਤੁਸੀਂ ਬਜਟ ਕੁਛ ਤਾਂ ਪੜ੍ਹਿਆ ਹੈ ਔਰ ਬਜਟ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਤਰਮੀਮਾਂ ਹੈ, ਇਸ ਤਰ੍ਹਾਂ ਦੇ ਤਜਵੀਜ਼ਾਂ ਨੇ, ਜਿਵੇਂ ਮਿਸਾਲ ਦੇ ਤੌਰ ਤੇ ਖੇਤੀ ਸੈਕਟਰ ਦੇ ਲਈ ਕੋਈ ਕੁਝ ਪੈਸੇ ਵਧਾਏ ਗਏ ਆ, ਜਾਂ ਜਿਹੜੀਆਂ ਪਿਛਲੀਆਂ ਸਕੀਮਾਂ ਨੇ ਜਿਵੇਂ ਖਾਸ ਕਰਕੇ ਜਿਹੜੀਆਂ ਯੋਜਨਾਵਾਂ ਚੱਲ ਰਹੀਆਂ ਜਾਂ ਜਿਹੜੇ ਪਹਿਲਾਂ ਕੰਮ ਚੱਲ ਰਹੇ ਆ ਸਿਹਤ ਹੈ, ਐਜੂਕੇਸ਼ਨ ਹੈ, ਇਹਦੇ ਕੁਝ ਪੈਸੇ ਵਧਾਏ ਆ। ਇਹ ਥੋੜੀ ਜਿਹੀ ਜਾਣਕਾਰੀ ਦਿਓ, ਇਹਦੇ ਵਿੱਚ ਕਿੰਨੀ ਕੁ ਬਜਟ ਬਣਾਉਣ ਵਾਲਿਆਂ ਦੀ ਚਲਾਕੀ ਹੈ, ਕਿਉਂਕਿ ਬਜਟ ਤਾਂ ਬਿਊਰੋਕ੍ਰੇਸੀ ਨੇ ਬਣਾਇਆ ਹੈ ਨਾ, ਬਜਟ ਤਾਂ ਟ੍ਰੈਡੀਸ਼ਨਲ ਹੈ ਨਾ, ਜਿਸ ਤਰ੍ਹਾਂ ਦੇ ਪਹਿਲਾਂ ਬਜਟ ਆਉਂਦੇ ਰਹੇ ਉਸੇ ਤਰ੍ਹਾਂ ਦੇ ਇਹ ਬਜਟ ਹੈ। ਔਰ ਬਿਊਰੋਕ੍ਰੇਸੀ ਬਜਟ ਬਣਾਉਂਦੀ ਹੈ, ਕੋਈ ਸਰਕਾਰ ਦੇ ਮੰਤਰੀ ਬਜਟ ਨਹੀਂ ਬਣਾਉਂਦੇ, ਇਹਨਾਂ ਨੂੰ ਤਾਂ ਸ਼ਾਇਦ ਹਾਲੇ ਪਤਾ ਵੀ ਨਹੀਂ ਹੋਣਾ ਕਿ ਬਜਟ ਕਿਵੇਂ ਬਣਦਾ ਹੈ। ਤੋ ਤੁਸੀਂ ਕੀ ਸਮਝਦੇ ਹੋ, ਇਹ ਬਜਟ ਚਲਾਕੀ ਨਾਲ ਬਣਾਇਆ ਗਿਆ, ਇਮਾਨਦਾਰੀ ਨਾਲ ਬਣਾਇਆ ਗਿਆ ਕਿ ਇਸ ਬਜਟ ਦੇ ਵਿੱਚ ਜਿਹੜੇ ਪੈਸੇ ਵਧਾਏ ਗਏ ਜਿਹੜੇ ਖੇਤਰ ਲਈ ਉਹਨਾਂ ਦਾ ਕਿੰਨਾ ਕੁ ਫਾਇਦਾ ਹੋ ਸਕਦਾ ਹੈ? ਥੋੜਾ ਜਿਹਾ ਇਹਦੇ ਬਾਰੇ ਜਾਣਨਾ ਚਾਹੋ। ਦੇਖੋ ਮੈਂ ਪਹਿਲਾਂ ਦੱਸ ਦਿਆਂ ਕਿ ਬਜਟ ਦੇ ਵਿੱਚ ਰੈਵਨਿਊ ਆਉਂਦਾ ਕਿੱਥੋਂ ਜੀ। ਇੱਕ ਸਟੇਟ ਦਾ ਆਪਣਾ ਟੈਕਸ ਰੈਵਨਿਊ ਹੁੰਦਾ ਜੀ, ਇੱਕ ਨਾਨ ਟੈਕਸ ਰੈਵਨਿਊ ਹੁੰਦਾ ਜਿਹਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਜੀ। ਇੱਕ ਸਟੇਟ ਨੂੰ ਸੈਂਟਰਲ ਗਵਰਨਮੈਂਟ ਦੇ ਟੈਕਸ ਵਿੱਚੋਂ ਹਿੱਸਾ ਮਿਲਣਾ ਹੁੰਦਾ, ਜਿਹੜੀ GST ਚੋਂ ਹਿੱਸਾ ਮਿਲਦਾ ਜੀ। ਇੱਕ ਹੁੰਦਾ ਕਿ ਸੈਂਟਰਲ ਗ੍ਰਾਂਟ ਸਿਨੇਟ, ਤੇ ਇਸ ਤੋਂ ਇਲਾਵਾ ਸਟੇਟਾਂ ਕਰਜ਼ਾ ਲੈਂਦੀਆਂ ਨੇ। ਇਹਨਾਂ ਨੇ ਹੁਣ 3% ਤੋਂ ਜ਼ਿਆਦਾ 3.5% ਕਰਜ਼ਾ ਲੈਣ ਲਈ ਬਿੱਲ ਪਾਸ ਕਰ ਦਿੱਤਾ ਹੈ। ਸੋ 0.5% GST ਦਾ ਕਰਜ਼ਾ ਇਹਨਾਂ ਨੇ ਆਪਣਾ ਜਗ੍ਹਾ ਬਣਾ ਲਈ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਬਜਟ ਦੇ ਵਿੱਚ ਕੁਝ ਮੁੱਦਾਂ ਵਧਾਈਆਂ ਗਈਆਂ ਨੇ, ਮੈਂ ਉਹਨੂੰ ਚਲਾਕੀ ਤਾਂ ਨਹੀਂ ਕਹਾਂਗਾ, ਪਰ ਇਹ ਸਾਰੀਆਂ ਸਰਕਾਰਾਂ ਚੁਸਤੀਆਂ ਜ਼ਰੂਰ ਕਰਦੀਆਂ ਨੇ। ਜਿਵੇਂ ਇਸ ਪਿਛਲੇ ਸਾਲ ਰਵਾਇਤੀ ਬਜਟ ਤਾਂ ਕਹਿ ਸਕਦੇ ਨਾ ਕਿ ਰਵਾਇਤੀ ਬਜਟ ਆ, ਇਹ ਆਮ ਆਦਮੀ ਪਾਰਟੀ ਦਾ ਉਹ ਬਜਟ ਨਹੀਂ ਹੈ ਜਿਸ ਤਰ੍ਹਾਂ ਦੀਆਂ ਦਾਅਵੇਦਾਰੀਆਂ ਕੀਤੀਆਂ ਗਈਆਂ ਸੀ ਕਿ ਅਸੀਂ ਲੋਕਾਂ ਦੀ ਰਾਏ ਨਾਲ ਬਜਟ ਬਣਾ ਰਹੇ ਹਾਂ। ਇਹਦੇ 'ਚ ਲੋਕਾਂ ਦੀ ਰਾਏ ਤੁਹਾਨੂੰ ਕੋਈ ਲੱਗਦੀ ਹੈ, ਹੈਗੀ ਹੈ ਕੋਈ ਲੋਕਾਂ ਦੀ ਰਾਏ ਇਹਦੇ ਵਿੱਚ? ਦੇਖੋ ਲੋਕਾਂ ਦੀ ਰਾਏ ਤਾਂ ਇੰਨੀ ਕੀ ਲੱਗਦੀ ਹੈ ਕਿ ਲੋਕਾਂ ਨੂੰ 300 ਯੂਨਿਟ ਬਿਜਲੀ ਫ੍ਰੀ ਕਰਨ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਤੇ ਲੋਕਾਂ ਨੇ ਉਸ ਕਰਕੇ ਵੋਟਾਂ ਪਾਈਆਂ ਨੇ ਬਦਲਾਅ ਕਰਕੇ, ਤੇ ਉਹੀ ਮੈਨੂੰ ਲੱਗਦਾ ਹੈ। ਇਸ ਤੋਂ ਵੱਧ ਮੈਨੂੰ ਬਹੁਤ ਵੱਡਾ ਦੂਜਾ ਇਹਨਾਂ ਦਾ ਸੀ ਕਿ ਸਿਹਤ ਸਿੱਖਿਆ ਤੇ ਪੈਸਾ ਵੱਧ ਖਰਚ ਕਰਾਂਗੇ। ਅਸਲ ਦੇ ਵਿੱਚ ਜੇ ਤੁਸੀਂ ਪਿਛਲੇ ਸਾਲ ਦੇ ਸਿਹਤ ਤੇ ਸਿੱਖਿਆ ਤੇ ਖਰਚੇ ਦਾ ਅਮਾਉਂਟ ਦੇਖੋ ਤਾਂ ਉਹਦੇ ਹਿਸਾਬ ਨਾਲ ਇਹ ਕੋਈ ਬਹੁਤ ਮਾਮੂਲੀ ਜਿਹਾ ਵਾਧਾ ਹੈ, ਕੋਈ ਜ਼ਿਆਦਾ ਨਹੀਂ। ਤੇ ਇਹਦੇ ਵਿੱਚ ਨਾ ਹਰ ਸਾਲ ਜਿਹੜੀ ਆਮ ਬੰਦੇ ਨੂੰ ਸਮਝ ਨਹੀਂ ਲੱਗਦੀ, ਸਰਕਾਰਾਂ ਨੂੰ ਸਮਝਿਆ ਸ਼ਾਇਦ ਪਤਾ ਨਹੀਂ ਹੋਵੇ ਜਾਂ ਨਾ, ਮੈਨੂੰ ਨਹੀਂ ਪਤਾ, ਉਹ ਹੈ ਕਿ ਇਨਫਲੇਸ਼ਨ, ਕਿ ਜਿਹੜਾ ਪਿਛਲੇ ਸਾਲ 100 ਰੁਪਇਆ ਸੀ ਉਹ ਅੱਜ 100 ਰੁਪਇਆ ਨਹੀਂ ਹੈ। Yes, this is the important issue.
ਉਹ ਇਸ ਵੇਲੇ 95 ਰੁਪਏ ਹੈ ਜਾਂ 94 ਰੁਪਏ ਹੈ। ਬਿਲਕੁਲ। ਸੋ ਜਿਹੜਾ ਤੁਸੀਂ 12-13 ਹਜ਼ਾਰ ਕਰੋੜ ਦਾ ਬਜਟ ਕਹਿੰਦੇ ਹੋ ਸਿੱਖਿਆ ਦੇ, ਉਹਦੇ ਵਿੱਚ 5% ਘਟਾ ਦਿਓ ਤੇ ਫਿਰ ਪਿਛਲੇ ਸਾਲ ਦੀਆਂ ਕੀਮਤਾਂ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਵਾਧਾ ਹੈ ਕਿ ਘਟ ਹੈ। ਜੋ ਕੁਝ ਇਹ ਬਜਟ 'ਚ ਵਾਧਾ ਕੀਤਾ ਗਿਆ, ਮੈਂ ਠੀਕ ਗੱਲ ਮੰਨਦਾ ਕਿ ਚੰਗੀ ਗੱਲ ਹੈ, ਵਾਧਾ ਕੀਤਾ ਹੈ। 16% ਸਿੱਖਿਆ 'ਚ ਵਾਧਾ ਕੀਤਾ ਹੈਗਾ, ਟੈਕਨੀਕਲ ਐਜੂਕੇਸ਼ਨ 'ਚ ਕੋਈ 47-48% ਹੀ ਹੈ, ਔਰ ਮੈਡੀਕਲ ਐਜੂਕੇਸ਼ਨ 'ਚ ਵੀ 57%। ਚੰਗੀ ਗੱਲ ਹੈ, ਪਰ ਜਿੰਨਾ ਵੱਡਾ ਸਿੱਖਿਆ ਤੇ ਸਿਹਤ ਦਾ ਚੈਲੰਜ ਹੈ, ਉਹਦੇ ਹਿਸਾਬ ਨਾਲ ਇੱਕ ਐਕਚੁਅਲੀ ਜੇ ਹੈਲਥ ਸੈਕਟਰ ਦਾ ਦੇਖਿਆ ਜਾਵੇ ਉਹ 24% ਵਾਧਾ ਹੈ। ਤੇ ਇਹ ਵਾਧਾ ਪਿਛਲੇ ਬਜਟ ਐਸਟੀਮੇਟਸ ਨਾਲੋਂ ਨਹੀਂ ਹੈ। 24% ਬਹੁਤ ਵੱਡੀ ਰਕਮ ਆ, ਲੇਕਿਨ ਜਦੋਂ ਇਹਨੂੰ ਅਸੀਂ ਬਜਟ ਦੇ ਅਨੁਮਾਨ 'ਚ ਅਸੀਂ ਗਿਣਦੇ ਆ ਤੇ 300-400 ਰੁਪਇਆ ਸਾਰਾ ਬਣਦਾ ਹੈ। 300-400 ਕਰੋੜ ਰੁਪਇਆ ਟੋਟਲ ਬਣਦਾ ਹੈ। ਬਹੁਤ ਵੱਡੀ ਰਕਮ ਹੈ, ਮੰਨਦਾ। ਨਹੀਂ, ਜੇ ਅਸੀਂ ਇਹਨੂੰ ਪਰਸੈਂਟੇਜ 'ਚ ਦੱਸਾਂਗੇ ਤਾਂ ਲੋਕਾਂ ਨੂੰ ਵੱਡੀ ਰਕਮ ਲੱਗੇਗੀ, ਪਰ ਜਦੋਂ ਅਸੀਂ ਬਜਟ ਦੇ ਵਿੱਚ ਜਿੰਨਾ ਵਾਧਾ ਕੀਤਾ ਗਿਆ, 24% ਵਾਧਾ ਕਰਨ ਦਾ ਮਤਲਬ ਹੈਗਾ ਕਿ 300 ਜਾਂ 400 ਕਰੋੜ ਰੁਪਇਆ ਵਾਧਾ ਹੈ। ਬਸ ਕਿੰਨਾ? 300 ਜਾਂ 400 ਕਰੋੜ ਰੁਪਇਆ। ਚਲੋ ਉਹ ਕੈਲਕੂਲੇਸ਼ਨਾਂ ਕੀਤੀਆਂ ਜਾ ਸਕਦੀਆਂ ਨੇ, ਅੰਦਾਜ਼ਾ ਇੰਨਾ ਹੈ। ਅਸਲ ਦੇ ਵਿੱਚ ਜੇ ਤੁਸੀਂ ਤੁਹਾਡਾ ਸਿਹਤ ਤੇ ਪਹਿਲਾਂ ਖਰਚਾ ਕਿੰਨਾ ਕਰ ਰਹੇ ਹਾਂ ਅਸੀਂ? ਮਤਲਬ 2% GST, 4% ਕਰ ਰਹੇ ਨੇ GST ਤੇ, ਬਜਟ ਤੇ ਤਾਂ 5% ਵੀ ਨਹੀਂ। ਐਜੂਕੇਸ਼ਨ ਤੇ ਅਸੀਂ ਜਿਹੜਾ ਪਹਿਲਾਂ ਖਰਚਾ ਕਰ ਰਹੇ ਸੀ ਅੱਜ ਤੋਂ 5-6 ਸਾਲ ਪਹਿਲਾਂ, ਉਹ 16-17% ਸੀ ਬਜਟ ਦਾ। ਇਹ 16-17% ਵਧਾ ਕੇ ਵੀ ਨਹੀਂ ਬਣਦਾ। ਸੋ ਇਹਦਾ ਮਤਲਬ ਇਹ ਹੈ ਕਿ ਇਹ ਸ਼ੁਰੂਆਤ ਇਹਨਾਂ ਨੇ ਵਧਾਉਣ ਵਾਲੀ ਠੀਕ ਕੀਤੀ ਹੈ, ਪਰ ਪਿਛਲੇ ਬਜਟ ਵੀ ਜੇ ਤੁਸੀਂ 10-15 ਸਾਲਾਂ ਚੁੱਕ ਕੇ ਵੇਖ ਲਓ ਤੇ ਹਰ ਸਾਲ ਕੁਛ ਨਾ ਕੁਛ ਪਰਸੈਂਟੇਜ ਇਨਕਰੀਜ਼ ਹੁੰਦੀ ਰਹੀ ਹੈ। ਸੋ ਜਿਸ ਕਿਸਮ ਦਾ ਬਦਲਾਅ, ਪਤਾ ਨਹੀਂ ਇਹਨਾਂ ਦਾ ਬਦਲਾਅ, ਸਰਕਾਰ ਦਾ ਬਦਲਾਅ ਕੀ ਹੈ ਤੇ ਲੋਕਾਂ ਦਾ ਬਦਲਾਅ ਕੀ ਹੈ, ਪਰ ਮੇਰੇ ਮੁਤਾਬਕ ਜੋ ਬਦਲਾਅ ਹੋਣਾ ਚਾਹੀਦਾ ਸੀ ਉਹ ਇਹਦੇ ਵਿੱਚ ਨਜ਼ਰ ਨਹੀਂ ਆ ਰਿਹਾ। ਹਾਂ, 473 ਕਰੋੜ ਮਨਰੇਗਾ ਤੇ ਰੱਖੇ ਨੇ, ਉਹ ਚੰਗੀ ਗੱਲ, ਕਿਉਂਕਿ ਮੈਂ ਆਪਣੇ ਆਰਟੀਕਲਸ ਵਿੱਚ ਲਿਖਦਾ ਰਿਹਾ ਕਿ ਜੇ ਤੁਸੀਂ 500 ਕਰੋੜ ਮਨਰੇਗਾ ਤੇ ਖਰਚ ਲਓ ਤਾਂ ਤੁਸੀਂ 10,000 ਕਰੋੜ ਰੁਪਇਆ ਇੱਥੇ ਹੋਰ, ਮਤਲਬ 9500 ਕਰੋੜ ਰੁਪਇਆ ਕੇਂਦਰ ਸਰਕਾਰ ਤੋਂ ਹੋਰ ਲਿਆ ਸਕਦੇ। 20 ਲੱਖ ਮੈਨਡੇਜ਼, 20 ਕਰੋੜ ਮੈਨਡੇਜ਼ ਦੀ ਇੰਪਲਾਇਮੈਂਟ ਜਨਰੇਟ ਕਰ ਸਕਦੇ, ਉਹ ਚੰਗੀ ਗੱਲ ਹੈ, ਅੱਛੀ ਗੱਲ ਹੈ। ਪਰ ਜੇ ਤੁਸੀਂ ਰੈਵਨਿਊ ਥੋੜਾ ਬਹੁਤਾ ਇਨਕਰੀਜ਼ ਕਰਨ ਬਾਰੇ ਵੀ ਗੱਲ ਕੀਤੀ ਹੈ, ਜਿਵੇਂ ਐਕਸਾਈਜ਼ 'ਚ ਗੱਲ ਕੀਤੀ ਹੈ, ਕੁਛ GST 'ਚ ਵੀ ਗੱਲ ਕੀਤੀ ਹੈ, ਕਿਉਂਕਿ GST 'ਚ 15,000 ਕਰੋੜ ਘਟਣਾ ਹੈ ਤੇ 5,000 ਕਰੋੜ ਵਾਧੇ ਦੀ ਗੱਲ ਕੀਤੀ ਹੈ, ਇਹ ਅੱਛੀ ਗੱਲ ਹੈ। ਪਰ ਜੇ ਇਹ ਵਾਧਾ ਕਰਕੇ ਤੁਸੀਂ ਰੈਵਨਿਊ ਡੈਫੀਸਿਟ ਕਰਨਾ ਹੈ, ਰੈਵਨਿਊ ਦਾ ਟੋਟਲ ਬਜਟ 1.55 ਲੱਖ ਕਰੋੜ ਨੂੰ ਭੁੱਲ ਜਾਓ, ਰੈਵਨਿਊ ਕਿੰਨਾ? 95,000 ਕਰੋੜ। ਉਹਦੇ ਵਿੱਚੋਂ ਵੀ ਜੇ ਤੁਹਾਡਾ 2% ਰੈਵਨਿਊ ਡੈਫੀਸਿਟ ਹੈ ਤਾਂ ਇਹਦਾ ਮਤਲਬ ਮਾੜੀ ਗੱਲ ਹੈ। ਅਸਲ ਦੇ ਵਿੱਚ ਰੈਵਨਿਊ ਹੋਣਾ ਹੀ ਨਹੀਂ ਚਾਹੀਦਾ, ਫਿਸਕਲ ਡੈਫੀਸਿਟ ਹੋ ਜਾਏ, ਮੈਨੂੰ ਕੋਈ ਪ੍ਰੋਬਲਮ ਨਹੀਂ। ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ ਕਿ ਇਹ ਬਜਟ ਕੇਵਲ ਇੱਕ ਸਾਲ ਕਿਸੇ ਨਾ ਕਿਸੇ ਤਰੀਕੇ ਨਾਲ ਲੰਘਾਉਣ ਲਈ ਹੈ। ਮੈਂ ਜੋ ਮੰਨਦਾ ਹਾਂ ਵੀ ਸਰਕਾਰ ਇੱਕ ਸਾਲ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਨਾ ਕੁਛ ਇਸ ਤਰ੍ਹਾਂ ਦੀ ਆਪੂਰਤੀ ਕਰ ਸਕੇ ਕਿ ਕੁਝ ਜਿਹੜੇ ਖੇਤਰ ਨੇ ਉਹਦੇ ਵਿੱਚ ਥੋੜਾ ਬਹੁਤ ਜਿਹੜਾ ਹੈਗਾ ਉਹਦੇ 'ਚ ਜਾਨ ਪਾਈ ਜਾ ਸਕੇ। ਲੇਕਿਨ ਜਦੋਂ ਇਹ ਪਾਰਟੀ ਪ੍ਰਚਾਰ ਕਰ ਰਹੀ ਸੀ, ਚੋਣ ਪ੍ਰਚਾਰ ਕਰ ਰਹੀ ਸੀ ਵਿਧਾਨ ਸਭਾ ਚੋਣਾਂ ਲਈ, ਉਹਦੇ ਵਿੱਚ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ, 1000 ਰੁਪਇਆ ਪ੍ਰਤੀ ਮਹੀਨਾ ਪ੍ਰਤੀ ਔਰਤ ਪੰਜਾਬ ਦੀ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਗੱਲ ਸੀ, ਇਹ ਉਸ ਤਰ੍ਹਾਂ ਨਾਲ ਹੋ ਰਿਹਾ ਜਿਵੇਂ ਮੋਦੀ ਸਾਹਿਬ ਨੇ ਕਿਹਾ ਸੀ ਵੀ 15 ਲੱਖ ਕਿਹਾ ਸੀ ਕਿ 15,000 ਕਿਹਾ ਸੀ? 15 ਲੱਖ ਰੁਪਇਆ ਹਰੇਕ ਅਕਾਊਂਟ 'ਚ ਗੱਲ ਆ ਗਈ। ਉਸ ਤੋਂ ਬਾਅਦ ਉਹ ਭੁੱਲ ਗਏ। ਬਜਟ ਦੇ ਵਿੱਚ ਉਹਦੀ ਕੋਈ ਗੱਲ ਨਹੀਂ, ਕਿਸੇ ਵੀ ਗਰੰਟੀ ਦੀ ਕੋਈ ਗੱਲ ਨਹੀਂ ਹੈ ਬਜਟ ਦੇ ਵਿੱਚ। ਸਿਰਫ ਇੱਕ ਗਰੰਟੀ ਜਿਹੜੀ 300 ਯੂਨਿਟ ਦੀ ਹੈ, ਜਿਹੜੀ ਕਿ ਵਾਰਾ ਖਾਂਦੀ ਸਰਕਾਰ ਨੂੰ, ਜਦੋਂ 301 ਯੂਨਿਟ ਹੋ ਜਾਣਗੇ ਤਾਂ ਫੁੱਲ ਬਿੱਲ ਆਏਗਾ, ਪਰੰਤੂ ਉਹ ਵੀ ਕੁਝ ਖਾਸ ਜਿਹੜੀਆਂ ਰਵਾਇਤਾਂ ਦਿੱਤੀਆਂ ਗਈਆਂ ਸਾਰਿਆਂ ਨੂੰ ਨਹੀਂ ਦਿੱਤੀਆਂ ਗਈਆਂ। ਇਹਦੇ ਵਿੱਚ ਰਿਆਇਤ ਦਿੱਤੀ ਗਈ ਹੈ ਜਿਹੜੇ ਫਰੀडम ਫਾਈਟਰ ਪਰਿਵਾਰ ਆ ਉਹਨਾਂ ਨੂੰ, ਇੱਕ ਵਾਰ ਸਰਕਾਰ ਨੇ ਕਲੀਅਰ ਕੀਤਾ ਸੀ, ਔਰ ਦੂਸਰੀ ਰਿਆਇਤ ਜਿਹੜੀ ਹੈ ਉਹ ਗਰੀਬ ਪਰਿਵਾਰਾਂ ਨੂੰ, ਦਲਿਤ ਪਰਿਵਾਰਾਂ ਨੂੰ ਦਿੱਤੀ ਗਈ ਹੈ। ਸੋ ਇਹ
ਜਿਹੜੀਆਂ ਗਰੰਟੀਆਂ ਦਾ ਬਜਟ ਦੇ ਵਿੱਚ ਜ਼ਿਕਰ ਨਾ ਹੋਣਾ, ਇਹਨੂੰ ਤੁਸੀਂ ਆਉਣ ਵਾਲੇ 5 ਸਾਲਾਂ ਵਿੱਚ ਕਿਵੇਂ ਦੇਖ ਰਹੇ ਹੋ? 1 ਸਾਲ ਤਾਂ ਸਮਝ ਲਓ ਲੰਘ ਗਿਆ, ਕਿਉਂਕਿ ਪੰਜਾਬ ਦੇ ਜਿਹੜਾ ਪਹਿਲਾ ਬਜਟ ਹੈ ਇਹਦੇ ਵਿੱਚ ਉਹਦਾ ਜ਼ਿਕਰ ਨਹੀਂ, ਇਹਦਾ ਮਤਲਬ 1 ਸਾਲ ਚਲੇ ਗਿਆ। ਇਸ ਦਾ ਮਤਲਬ ਇਹ ਕਿ ਬਾਕੀ 4 ਸਾਲਾਂ ਦੇ ਵਿੱਚ ਅਗਲੇ ਬਜਟ ਦੇ ਵਿੱਚ ਕਿੰਨਾ ਕੁ ਕਰਨਗੇ, ਕੀ ਨਹੀਂ ਕਰਨਗੇ, ਇਹ ਇੱਕ ਵੱਡਾ ਸਵਾਲ ਹੈ ਜੀ। ਦੇਖੋ, ਮੈਂ ਤਾਂ ਕਿਸੇ ਵੀ ਉਸ ਮੁਫਤ ਸਹੂਲਤ ਦੇ ਉਲਟ ਹੈ ਜਿਹੜੀ ਸਰ ਦੇ ਪੁੱਜਦੇ ਸੈਕਸ਼ਨਸ ਨੂੰ ਦਿੱਤੀ ਜਾਂਦੀ ਹੈ, ਕਿਉਂਕਿ ਮੁਫਤ ਸਹੂਲਤ ਮੁਫਤ ਕੁਝ ਹੁੰਦਾ ਨਹੀਂ। ਜਿਸ ਦਿਨ ਤੁਹਾਡੀਆਂ ਪਬਲਿਕ ਸੈਕਟਰ ਦੀਆਂ ਬੱਸਾਂ PRTC ਤੇ ਪੰਜਾਬ ਰੋਡ ਵਿੱਚ ਨਾ ਰਹੀਆਂ, ਇਹ ਸੈਕਟਰ ਪੈਸੇ ਕੋਲੋਂ ਤਰਸ ਗਿਆ, ਉਸ ਦਿਨ ਕੀ ਬਣੇਗਾ? ਜਿਸ ਦਿਨ ਤੁਹਾਡਾ ਬਿਜਲੀ ਬੋਰਡ ਜਿਹੜਾ ਹੈ, ਜਿਹਨੂੰ ਹੁਣ PSPCL ਕਹਿੰਦੇ, ਉਹ ਨਾ ਰਿਹਾ ਪ੍ਰੋਪਰ, ਉਸ ਦਿਨ ਕੀ ਬਣੇਗਾ? ਠੀਕ ਹੈ। ਇਸ ਤਰ੍ਹਾਂ ਇਹ ਜਿਹੜੀਆਂ ਗੱਲਾਂ ਨੇ, ਇਹ 12,000 ਕਰੋੜ ਬਣਦਾ ਹੈਗਾ ਔਰਤਾਂ ਵਾਲਾ। ਮੈਨੂੰ ਨਹੀਂ ਲੱਗਦਾ ਕਿ ਔਰਤਾਂ ਨੇ ਆਊਟ ਐਂਡ ਆਊਟ ਇਹ ਕੋਈ ਡਿਮਾਂਡ ਰੱਖੀ ਹੋਈ। ਮੈਨੂੰ ਨਹੀਂ ਲੱਗਦਾ ਕਿ ਸਾਰੇ ਪੰਜਾਬ ਦੇ ਲੋਕਾਂ ਨੇ ਆਊਟ ਐਂਡ ਆਊਟ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਡਿਮਾਂਡ ਰੱਖੀ ਹੋਵੇ ਕਿ ਸਾਨੂੰ 300 ਯੂਨਿਟ ਫ੍ਰੀ ਬਿਜਲੀ ਦਿਓਗੇ ਤਾਂ ਵੋਟਾਂ ਪਾਵਾਂਗੇ। ਲੋਕ ਤਾਂ ਇੱਕ ਬਦਲਾਅ ਚਾਹੁੰਦੇ ਸੀਗੇ, ਉਹ ਲੋਕਾਂ ਨੇ ਕਰ ਦਿੱਤਾ, ਪਰ ਸੰਗਰੂਰ ਵਾਲਾ 3 ਮਹੀਨਿਆਂ ਬਾਅਦ ਜਿਹੜਾ ਉਹ ਫਿਰ ਕੁਐਸਚਨ ਮਾਰਕ ਲਾਉਂਦਾ ਹੈਗਾ। ਸੋ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗਰੰਟੀਆਂ ਕਰਨੀਆਂ ਚਾਹੀਦੀਆਂ, ਐਜੂਕੇਸ਼ਨ ਤੇ ਇਹਨਾਂ ਨੇ ਪੈਸਾ ਵਧਾਉਣ ਦੀ ਗੱਲ ਕੀਤੀ ਹੈ, ਠੀਕ ਹੈ, ਹੈਲਥ ਤੇ ਪੈਸਾ ਵਧਾਉਣ ਦੀ ਗੱਲ ਕੀਤੀ, ਪਰ ਉਹਦੇ ਨਾਲ ਉਹ ਗਰੰਟੀਆਂ ਪੂਰੀਆਂ ਨਹੀਂ ਹੁੰਦੀਆਂ। ਮੇਰੇ ਮੁਤਾਬਕ ਇਹ ਸੀ ਕਿ ਐਜੂਕੇਸ਼ਨ ਤੇ ਘੱਟੋ ਘੱਟ 20% ਬਜਟ ਦਾ ਐਲੋਕੇਸ਼ਨ ਹੁੰਦਾ, ਹੈਲਥ ਤੇ ਘੱਟੋ ਘੱਟ 8-10% ਹੁੰਦਾ, ਤਾਂ ਜਾ ਕੇ ਗੱਲ ਬਣਦੀ ਸੀ। ਇਹ ਤੇ ਨਾਲ ਹੀ ਜਿਹੜੀਆਂ ਸਾਡੇ ਡਾਕਟਰਾਂ ਦੀਆਂ, ਪੈਰਾਮੈਡੀਕਲ ਸਟਾਫ ਦੀਆਂ, ਟੀਚਰਾਂ ਦੀਆਂ, ਹੈਡਸ ਦੀਆਂ, ਉਹਦੇ ਵੱਲ ਖਿਆਲ ਕਰਦੇ, ਉਹਨਾਂ ਦੀਆਂ ਅਸਾਮੀਆਂ ਪੂਰੀਆਂ ਕਰਨ। ਇਹ ਜਿਹੜੀਆਂ 26,000 ਪੋਸਟਾਂ ਭਰਨ ਦੀ ਗੱਲ ਕਰ ਰਹੇ, ਉਹਨਾਂ 'ਚ ਕੋਈ ਬਹੁਤਾ ਵੱਡਾ ਇਹ ਇਸ ਗੱਲ ਬਾਰੇ ਜ਼ਿਕਰ ਨਹੀਂ। ਨਾ ਹੀ ਇਹ ਹੈ ਕਿ ਅਸੀਂ ਇਹਨਾਂ ਨੂੰ ਜਿਹੜੇ ਬੇਸਿਕ ਪੇ ਤੇ ਤੁਸੀਂ ਰਿਕਰੂਟਮੈਂਟ ਕਰ ਰਹੇ ਹੋ, ਉਹਦੇ ਬਾਰੇ ਕੋਈ ਜ਼ਿਕਰ ਹੈ। ਨਾ ਹੀ ਤੁਹਾਨੂੰ ਜਿਹੜਾ ਕਾਲਜ ਤੇ ਯੂਨੀਵਰਸਿਟੀ ਟੀਚਰ ਨੇ, ਉਹਨਾਂ ਦੇ ਤਨਖਾਹ ਗ੍ਰੇਡਾਂ ਬਾਰੇ ਕੋਈ ਗੱਲ ਕੀਤੀ ਗਈ ਹੈ। ਸੋ ਅਜੇ ਤਾਂ ਬਹੁਤ ਸਾਰੀਆਂ ਲਾਇਬਿਲਿਟੀ ਜਿਹੜੀਆਂ ਨੇ ਪਈਆਂ ਨੇ। ਸੋ ਜਿਹੜਾ ਤੁਸੀਂ ਕਿਹਾ ਕਿ ਅਗਲੇ 4 ਸਾਲਾਂ 'ਚ ਕੀ ਹੋਏਗਾ, ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਹੀ ਹਾਲ ਰਿਹਾ ਤਾਂ ਇਸ ਸਾਲ ਹੀ 50,000 ਕਰੋੜ ਕਰਜ਼ਾ ਹੋਰ ਚੜ ਜਾਣਾ। ਆ ਜਿਹੜਾ ਵਿੱਤੀ ਸਾਲ ਜਾ ਰਿਹਾ, ਜੇ ਇਹੀ ਗੱਲ ਰਹੀ ਤਾਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਇਹ ਸਰਕਾਰ ਗੱਲ ਕਰੇ ਕਿ ਅਸੀਂ ਸਾਰੇ ਪਿਛਲਾ ਕਰਜ਼ਾ ਕਿਉਂ ਚੜਿਆ, ਉਹਦੀ ਇਨਕੁਆਇਰੀ ਕਰਾਵਾਂਗੇ, ਤੇ 5 ਸਾਲਾਂ ਬਾਅਦ ਇਹ ਜੇ 2 ਲੱਖ ਕਰੋੜ ਹੋਰ ਜਾਂ 1.5 ਲੱਖ ਕਰੋੜ ਜਾਂ 1 ਲੱਖ ਕਰੋੜ ਕਰਜ਼ਾ ਹੋਰ ਚੜ ਗਿਆ, ਤੇ ਉਹਦੀ ਇਨਕੁਆਇਰੀ ਕੌਣ ਕਰਾਏਗਾ? ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਠੀਕ ਤਰ੍ਹਾਂ ਨਾਲ ਤੁਰਨ ਦੀ ਲੋੜ ਹੈ ਕਿ ਰੈਵਨਿਊ ਕਿੱਥੋਂ ਆਏਗਾ ਤੇ ਰੈਵਨਿਊ ਖਰਚ ਕਿਵੇਂ ਕਰਨਾ ਹੈ। ਮੈਂ ਬਿਲਕੁਲ ਪਬਲਿਕ ਪੋਜੀਸ਼ਨ ਹੈ ਮੇਰੀ ਕਿ ਕਿਸੇ ਵੀ ਸਰਦੇ ਪੁੱਜਦੇ ਸੈਕਸ਼ਨ ਕੋਈ ਮੁਫਤ ਸਹੂਲਤ ਨਹੀਂ ਮਿਲਣੀ ਚਾਹੀਦੀ, ਬਿਲਕੁਲ, ਨਾ ਹੀ ਕੋਈ ਸਬਸਿਡੀ ਉਸ ਤਰ੍ਹਾਂ ਮਿਲਣੀ। ਜਿਹੜੇ ਤੁਹਾਡੇ ਮਾਰਜਨਲਾਈਜ਼ਡ ਸੈਕਸ਼ਨ ਨੇ ਉਹ ਆਇਡੈਂਟੀਫਾਈਡ ਨੇ, ਭਾਵੇਂ ਉਹ SC BC ਨੇ, OBC ਹੈ, ਭਾਵੇਂ ਉਹ ਹੋਰ ਕਾਰਡਾਂ ਵਾਲੇ ਨੇ, ਭਾਵੇਂ ਬਿਲੋ ਪਾਵਰਟੀ ਲਾਈਨ, ਉਹਨਾਂ ਨੂੰ ਤੁਸੀਂ ਜ਼ਰੂਰ ਦਿਓ, ਪਰ ਉਹ ਵੀ ਸਟ੍ਰੈਟੀਫਾਈ ਕਰਕੇ ਦਿਓ। ਤੁਸੀਂ ਸੰਗਰੂਰ ਦੀ ਗੱਲ ਕੀਤੀ, ਚੋਣ ਦੀ, ਬਜਟ ਤੋਂ ਪਹਿਲਾਂ ਸੰਗਰੂਰ ਦੀ ਚੋਣ ਹੋਈ ਹੈ। ਸੰਗਰੂਰ ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ, ਕਾਂਗਰਸ ਦੀ ਵੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ, ਅਕਾਲੀ ਦਲ ਦੀ ਵੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ, ਭਾਜਪਾ ਦੇ ਕੈਂਡੀਡੇਟ ਦੀ ਵੀ। ਇੱਕ ਕਿੱਧਰ ਨੂੰ ਰਾਜਨੀਤੀ ਜਾ ਰਹੀ ਹੈ? ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਕਿਹੜੀ ਦਿਸ਼ਾ ਮਿਲ ਰਹੀ ਹੈ? ਅੱਗੇ ਜਾ ਕੇ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਉਹ ਕਿਹੜੇ ਕਿੱਧਰ ਨੂੰ ਕਰਵਟ ਬਦਲੇਗਾ? ਕਿਉਂਕਿ ਮੰਗ ਉੱਠ ਰਹੀ ਹੈ ਅਕਾਲੀ ਦਲ ਦੇ ਅੰਦਰੋਂ ਹੀ ਪ੍ਰਧਾਨ ਨੂੰ ਬਦਲਣ ਦੀ। ਕੀ ਪ੍ਰਧਾਨ ਬਦਲ ਕੇ ਅਕਾਲੀ ਦਲ ਸਰਵਾਈਵ ਕਰ ਸਕਦਾ ਹੈ? ਇਹ ਕੀ ਹੋ ਰਿਹਾ? ਥੋੜਾ ਜਿਹਾ ਇਹਦੇ ਤੇ ਚਾਨਣਾ ਪਾਓ ਕਿ ਪੰਜਾਬ ਦੀ ਅਗਲੀ ਰਾਜਨੀਤੀ ਕਿਸ ਦਿਸ਼ਾ ਵੱਲ ਜਾ ਰਹੀ ਹੈ। ਦੇਖੋ, ਪੰਜਾਬ ਦੀਆਂ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਮੌਕਾ ਪ੍ਰਸਤੀ ਬੜੀ ਕਰਦੀਆਂ ਨੇ ਕਿ ਕਦੋਂ ਕਿਹੜਾ ਇਸ਼ੂ ਉਭਾਰਨਾ ਹੈ ਤੇ ਕਿਹੜਾ ਅੰਡਰ ਪਲੇ ਕਰਨਾ, ਇਹ ਬਹੁਤ ਖੂਬੀ ਜਾਣਦੇ ਨੇ। ਸਟੇਟ ਅਟਾਨਮੀ ਦਾ ਮੁੱਦਾ ਅਕਾਲੀ ਦਲ ਉਹਦਾ ਝੰਡਾ ਬਰਦਾਰ ਸੀ, ਛੱਡ ਦਿੱਤਾ। ਜਿਹੜਾ ਜਥੇਦਾਰੀ ਸੰਸਥਾ ਸੀਗੀ ਅਕਾਲੀ ਦਲ ਦੀ ਧਿਰ ਸੀ, ਉਹ ਛੱਡ ਦਿੱਤੀ।
ਸੋ ਜੇ ਤੁਸੀਂ ਆਪਣੇ ਬੇਸਿਕ ਸਟਰੈਂਥ ਜਿਹੜੀਆਂ ਛੱਡੋਗੇ ਤਾਂ ਉਹ ਇਹੀ ਹਾਲ ਹੋਵੇ। ਸੇਮ ਕਾਂਗਰਸ ਦਾ ਹੈਗਾ। ਅਸਲ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ, ਤੁਸੀਂ ਹੁਣ ਪੋਲਿਟਿਕਸ ਦੀ ਗੱਲ ਕੀਤੀ ਹੈ, ਤੇ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਜਿੱਤ ਵੀ ਲੋਕਾਂ ਦੇ ਰੋਹ ਕਰਕੇ ਹੋਈ ਹੈ। ਲੋਕ ਦੁਖੀ ਸਨ ਦੋਨਾਂ ਪੋਲੀਟੀਕਲ ਪਾਰਟੀਆਂ ਤੋਂ ਕਿ ਭਾਈ ਇਹਨਾਂ ਨੇ ਸਾਡਾ ਕੁਝ ਨਹੀਂ ਸਵਾਰਿਆ। ਹਾਂ, ਕਿਸੇ ਏਜੰਡੇ ਦੇ ਉੱਪਰ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਦਾ ਕੋਈ ਏਜੰਡਾ ਨਹੀਂ ਸੀ ਜਿਹੜਾ ਇਹਨੇ ਰੱਖਿਆ ਹੋਵੇ ਸਾਹਮਣੇ। ਜੀ, ਸੋ ਇਹ ਬੜਾ ਅਜੀਬ ਵਾਤਾਵਰਨ ਬਣਿਆ ਹੋਇਆ ਹੈ। ਔਰ ਸਿਮਰਨਜੀਤ ਸਿੰਘ ਮਾਨ ਜਦੋਂ ਉੱਥੋਂ ਸੰਗਰੂਰ ਤੋਂ ਜਿੱਤ ਜਾਂਦੇ ਨੇ, ਡਾਕਟਰ ਸਾਹਿਬ, ਉਹਦੇ ਵਿੱਚੋਂ ਸਿੱਖਾਂ ਲਈ ਹੀਰੋ ਦੀ ਤਲਾਸ਼ ਹੋ ਰਹੀ ਹੈ। ਜੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਧਿਰ ਪੂਰੀ ਐਕਟਿਵ ਹੋਈ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਿੱਖਾਂ ਦਾ ਪੋਲੀਟੀਕਲ ਹੀਰੋ, ਸਿਆਸੀ ਹੀਰੋ ਬਣਾ ਕੇ ਪੇਸ਼ ਕੀਤਾ ਗਿਆ। ਦੇਖੋ, ਏਦਾਂ ਹੈ ਗੱਲ ਕਿ ਮੈਨੂੰ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀਗਾ ਇਹ ਸਵਾਲ। ਮੇਰੀ ਤੁਹਾਨੂੰ ਫੋਟੋ ਆ ਰਹੀ ਹੈ ਨਾ, ਮੈਂ ਕੰਟੀਨਿਊ ਕਰਾਂ ਨਾ? ਠੀਕ ਹੈ, ਬਿਲਕੁਲ ਆ ਰਹੀ ਹੈ ਡਾਕਟਰ ਸਾਹਿਬ, ਠੀਕ ਆ ਰਹੀ ਹੈ। ਹਾਂ, ਇੱਥੇ ਕੁਝ ਗੜੋੜ ਹੋ ਗਈ ਹੈ। ਚਲੋ ਕੋਈ ਗੱਲ ਨਹੀਂ, ਮੈਂ ਸਮਝ ਸਕਦਾ। ਚੱਲਣ ਦਿਓ। ਮੈਂ ਸਮਝਦਾ ਕਿ ਇਹ ਅਜੇ ਠੀਕ ਹੈ। ਸਿੱਖ ਤਾਂ ਹੋਰ ਵੀ ਖੜੇ ਸੀ, ਰਾਜੋਆਣਾ ਸਾਹਿਬ ਦੀ ਭੈਣ ਬੀਬੀ ਉਹ ਖੜੇ ਸਨ, ਅਕਾਲੀ ਦਲ ਖੜੇ ਸੀ। ਅਕਾਲੀ ਦਲ ਕਹਿੰਦੇ ਅਸੀਂ ਸਿੱਖਾਂ ਦੇ ਪ੍ਰਤੀਨਿਧੀ ਹਾਂ। ਮੈਨੂੰ ਲੱਗਦਾ ਹੈ ਕਿ ਅਸਲ ਦੇ ਵਿੱਚ ਜਿਹੜੇ ਇਸ ਵਾਰੀ ਵੋਟਾਂ ਘੱਟ ਪਈਆਂ ਨੇ, 75% ਤੋਂ 46% ਤੇ ਆ ਗਈਆਂ ਨੇ, ਉਹ ਇਸ ਕਰਕੇ ਘੱਟ ਉਹ ਲੋਕ ਹੈ। ਜ਼ਰੂਰੀ ਨਹੀਂ ਕਿ ਉਹਨਾਂ ਨੇ ਸਿਮਰਜੀਤ ਮਾਨ ਨੂੰ ਹੀ ਵੋਟਾਂ ਪਾਉਣੀਆਂ ਸੀ, ਜ਼ਰੂਰੀ ਨਹੀਂ ਕਿ ਉਹਨਾਂ ਨੇ ਕਿਸੇ ਹੋਰ। ਉਹ ਮੈਨੂੰ ਤੇ ਲੱਗਦਾ ਉਹ ਆਪ ਦੇ ਮਤਲਬ ਉਹਨਾਂ ਨੇ ਸੋਚਿਆ ਕਿ ਆਪ ਦੇ ਉਲਟ ਵੀ ਏਦਾਂ ਵੋਟਾਂ ਨਾ ਪਾਓ ਤੇ ਪਾਓ ਹੀ ਨਾ। ਤੇ ਜੇ ਉਹ ਵੋਟਾਂ ਪੈਂਦੀਆਂ ਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤਦਾ। ਸੋ ਇਹਦਾ ਮਤਲਬ ਹੈ ਕਿ ਇੱਕ ਤਾਂ ਉਹ ਹੈ। ਦੂਜਾ ਜਿਹੜਾ ਇਹਨਾਂ ਨੇ ਰਾਜ ਸਭਾ ਦੇ ਮੈਂਬਰ 5 ਲਾਏ ਸੀ, ਉਹ ਵੀ ਇੱਕ ਕਾਰਨ ਹੈ, ਨਾਰਾਜ਼ਗੀ ਹੈ। ਜਿਹੜੀ ਪਹਿਲਾਂ 5 ਮੈਂਬਰ ਲਾਏ ਸੀ, ਉਹ ਠੀਕ ਹੈ, ਨਾਰਾਜ਼ਗੀ ਅਸੀਂ ਦੇਖ ਲਈ ਆਮ ਆਦਮੀ ਪਾਰਟੀ। ਸੋ ਲੋਕਾਂ ਨੇ ਸੋਚਿਆ ਕਿ ਜੇ ਸਾਰਾ ਕੁਝ ਏਦਾਂ ਹੀ ਚੱਲਣਾ ਹੈਗਾ ਤਾਂ ਫਿਰ ਅਸੀਂ ਇਹਨਾਂ ਦੇ ਉਲਟ ਇੱਕ ਮੈਸੇਜ ਤਾਂ ਭੇਜੋ। ਉਹ ਯਾਨੀ ਕਿ ਇੱਕ ਤਰ੍ਹਾਂ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਉਸੇ ਸੂਚੀ ਵਿੱਚ ਪਾ ਲਿਆ ਜਿਹੜੀ ਸੂਚੀ ਵਿੱਚ ਅਕਾਲੀ ਦਲ ਤੇ ਕਾਂਗਰਸ ਸੀ। ਔਰ ਉਹਦੇ ਰੋਸ ਵਜੋਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਦਿੰਦੇ ਨੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਦੇਖੋ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਇੱਕ ਖਾਸ ਕਿਸਮ ਦੀ ਸਿੱਖ ਵਿਚਾਰਧਾਰਾ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਉਹ ਲੋਕਾਂ ਨੂੰ ਇਹ ਲੱਗੇ। ਦੇਖੋ, ਹੁਣ ਤੁਹਾਡੇ ਬੰਦੀ ਸਿੰਘ ਹੈ, ਕੀ ਕਾਰਨ ਹੈ ਕਿ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ? ਜੇ ਉਹਨਾਂ ਨੇ ਸਜ਼ਾਵਾਂ ਵੀ ਬੰਦੀ ਸਿੰਘ ਦੀ ਕਿਉਂ ਨਹੀਂ ਛੱਡਿਆ ਜਾ ਰਿਹਾ? ਹਰਾ ਦਿੱਤਾ ਹੈ, ਬੰਦੀ ਸਿੰਘ ਦੀ ਭੈਣ ਨੂੰ ਤਾਂ ਹਰਾ ਦਿੱਤਾ। ਨਹੀਂ, ਸ਼ਾਇਦ ਲੋਕ ਇਹ ਸਮਝਦੇ ਹੋਣ ਕਿ ਸਿਮਰਨਜੀਤ ਮਾਨ ਸਿੰਬਲ ਹੈ ਇਸ ਗੱਲ ਦਾ। ਅੱਛਾ, ਮਤਲਬ ਲੋਕਾਂ ਦੀ ਸਮਝ ਦੇ ਬਾਰੇ ਹੁਣ ਆਪਾਂ ਨੂੰ ਤਾਂ ਨਹੀਂ ਨਾ ਇਹਨਾਂ ਕਹਿ ਸਕਦਾ, ਪਰ ਅੰਦਾਜ਼ੇ ਲਾਏ ਜਾ ਸਕਦੇ ਹਨ। ਬਿਲਕੁਲ ਠੀਕ ਹੈ ਜੀ। ਸਿਮਰਜੀਤ ਮਾਨ ਹੋਰਾਂ ਨੂੰ ਲੋਕ ਸਮਝਦੇ ਹੁਣ ਕਿ ਸਾਡਾ ਇਹ ਸਿੰਬੋਲਾਈਜ਼ ਕਰਦਾ ਇਸ ਗੱਲ ਨੂੰ ਜੀ। ਉਹ ਕਿੰਨਾ ਰੋਲ ਪਲੇ ਕਰ ਸਕਣਗੇ ਇਹ ਗੱਲ ਦੀ ਜੀ। ਡਾਕਟਰ ਸਾਹਿਬ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਗੱਲਬਾਤ ਜਾਰੀ ਰੱਖਣ ਲਈ। ਕੋਈ ਨਹੀਂ, ਠੀਕ ਹੈ, ਇਟਸ ਓਕੇ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਥੈਂਕ ਯੂ ਜੀ, ਥੈਂਕ ਯੂ।